ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਵਲੌਗ ਦੇ ਵਿੱਚ ਆਪ ਸਾਰਿਆਂ ਦਾ ਸਵਾਗਤ ਹੈ। ਅੱਜ ਅਸੀਂ ਹਲਦਵਾਨੀ ਤੋਂ ਗੁਰਦੁਆਰਾ ਨਾਨਕ ਮਤਾ ਸਾਹਿਬ ਉੱਤਰਾਖੰਡ ਤੁਰੇ ਹਾਂ ਜੀ। ਚਾਲੇ ਪਾਏ ਹੈ। ਹਲਦਵਾਨੀ ਦਾਸ ਕਥਾ ਕਰਨ ਆਇਆ ਸੀ ਅਤੇ ਅੱਜ ਨੂੰ ਅਸੀਂ ਹਲਦਵਾਨੀ ਤੋਂ ਚੱਲੇ ਹਾਂ ਨਾਨਕ ਮਤਾ ਸਾਹਿਬ। ਔਰ ਇਹ ਸਫ਼ਰ ਤਕਰੀਬਨ ਹੈਗਾ 65 ਤੋਂ 70 ਕਿਲੋਮੀਟਰ ਦਾ। 1.5 ਕੁ ਘੰਟੇ ਦੀ ਵਾਟ ਹੈ ਔਰ ਰਸਤਾ ਬਹੁਤ ਵਧੀਆ ਹੈ, ਸਾਫ਼ ਰਸਤਾ ਹੈ ਔਰ ਬਹੁਤ ਰਮਣੀਕ ਇਲਾਕਾ ਹੈ। ਸਾਰਾ ਸੈਮੀ ਮਾਊਂਟੇਨ ਏਰੀਆ ਇਹ ਹਲਦਵਾਨੀ ਤੋਂ ਲੈ ਕੇ ਸਾਰਾ ਰਸਤੇ ਦੇ ਵਿੱਚ ਕਿੱਛਾ ਪੈਂਦਾ, ਫਿਰ ਉਸ ਤੋਂ ਬਾਅਦ ਅੱਗੇ ਗੁਰਦੁਆਰਾ ਨਾਨਕ ਮਤਾ ਸਾਹਿਬ ਪੈਂਦਾ ਹੈ। ਇਹ ਇਲਾਕਾ ਉੱਤਰਾਖੰਡ ਦੇ ਵਿੱਚ ਹੈ, ਇਸ ਕਰਕੇ ਇੱਥੇ ਪਹਾੜੀਆਂ ਦੇ ਨਜ਼ਾਰੇ ਕਿੱਥੇ ਕਿੱਥੇ ਦੇਖਣ ਨੂੰ ਮਿਲਦੇ ਨੇ। ਇੱਥੇ ਉੱਤਰਾਖੰਡ ਦੀਆਂ ਸਾਰੀਆਂ ਪਹਾੜੀਆਂ ਔਰ ਹਵਾ ਵੀ ਬਹੁਤ ਇੱਥੇ ਵਧੀਆ ਹੈ। ਬਹੁਤ ਜ਼ਿਆਦਾ ਇੱਥੇ ਸਕੂਨ ਹੈ ਹਵਾ ਦੇ ਵਿੱਚ। ਕਈ ਸ਼ਹਿਰਾਂ ਦੀ ਹਵਾ ਦੇ ਵਿੱਚ ਵੀ ਸਕੂਨ ਹੁੰਦਾ ਔਰ ਉੱਤਰਾਖੰਡ ਇੱਕ ਇਸ ਤਰ੍ਹਾਂ ਦੀ ਜਗ੍ਹਾ ਔਰ ਇਹ ਵਾਕਈ ਹਵਾ ਦੱਸਦੀ ਹੈ ਕਿ ਇਹ ਥਾਂ ਸਾਧੂ ਸੰਤਾਂ, ਮਹਾਤਮਾ, ਜੋਗੀਆਂ, ਸਿੱਧਾਂ ਦੀ ਥਾਂ ਹੈ। ਅਤੇ ਗੁਰੂ ਨਾਨਕ ਸਾਹਿਬ ਨੇ ਵੀ ਇਸ ਥਾਂ ਨੂੰ ਪਾਕ ਪਵਿੱਤਰ ਕੀਤਾ ਆਪਣੇ ਪਾਵਨ ਚਰਨ ਪਾ ਕੇ। ਹੁਣ ਅਸੀਂ ਪਹੁੰਚ ਰਹੇ ਹਾਂ ਗੁਰਦੁਆਰਾ ਸਾਹਿਬ, ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਗੁਰਦੁਆਰਾ ਸਾਹਿਬ ਨਾਨਕ ਮਤਾ। ਅਸੀਂ ਪਹੁੰਚ ਗਏ ਜੀ। ਤੁਸੀਂ ਐਂਟਰੀ ਗੇਟ ਦੇ ਦਰਸ਼ਨ ਕਰ ਰਹੇ ਹੋ। ਅੰਦਰ ਆਉਂਦੇ ਸਾਰੀ ਸਾਹਮਣੇ ਉਹ ਸਫੇਦ ਜੀ ਬਿਲਡਿੰਗ, ਜਿਹੜਾ ਸਾਰਾ ਇਹ ਗੁਰਦੁਆਰਾ ਸਾਹਿਬ ਹੈ, ਸਾਰਾ ਪ੍ਰੈਮਿਸਿਸ ਗੁਰਦੁਆਰਾ ਸਾਹਿਬ ਦਾ ਹੈ। ਇੱਥੇ ਗੁਰਮਤਿ ਵਿਦਿਆਲਾ ਵੀ ਹੈ, ਸਕੂਲ ਵਗੈਰਾ ਵੀ ਹੈ। ਔਰ ਤਕਰੀਬਨ ਮੇਰੇ ਖਿਆਲ ਤੋਂ 20 ਜਾਂ 23 ਸਾਲਾਂ ਬਾਅਦ ਮੈਂ ਇੱਥੇ ਦੁਬਾਰਾ ਆ ਰਿਹਾ। ਬਹੁਤ ਲੰਬੇ ਵਕਫੇ ਤੋਂ ਬਾਅਦ ਇੰਨੀ ਸੋਹਣੀ ਥਾਂ 'ਤੇ, ਇੰਨੀ ਸੁਭਾਗ ਭਰੀ ਥਾਂ 'ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਆਉਣ ਦਾ ਮੌਕਾ ਬਖਸ਼ਿਆ ਜੀ। ਕਰਦੇ ਹਾਂ ਬਾਕੀ ਦਰਸ਼ਨ ਅੰਦਰ ਦੇ। ਬਹੁਤ ਰਮਣੀਕ ਥਾਂ ਗੁਰਦੁਆਰਾ ਨਾਨਕ ਮਤਾ ਸਾਹਿਬ। ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਨਾਨਕ ਮਤਾ ਸਾਹਿਬ ਦੇ। ਬਹੁਤ ਰਮਣੀਕ ਸਥਾਨ ਹੈ। ਆਲਾ ਦੁਆਲਾ ਵੀ ਬਹੁਤ ਰਮਣੀਕ ਹੈ। ਗੁਰਦੁਆਰਾ ਸਾਹਿਬ ਅਤੇ ਇਹ ਭੋਰਾ ਸਾਹਿਬ ਹੈ ਜਿੱਥੇ ਬੱਚੇ ਨੂੰ ਦਬਿਆ ਗਿਆ ਅਤੇ ਇਸ ਧਰਤੀ ਤੋਂ ਇਹ ਬੁਲਵਾਇਆ ਗਿਆ ਕਿ ਇਹ ਧਰਤੀ ਕਿਹਦੀ ਹੈ। ਸੋ ਇਹ ਧਰਤੀ ਸਿੱਧਾਂ ਦੀ ਥਾਂ 'ਤੇ ਬੋਲੀ ਨਾਨਕ ਮਤਾ। ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਛੋਹ ਪ੍ਰਾਪਤ ਔਰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਛੋਹ ਪ੍ਰਾਪਤ ਇਹ ਰੁੱਖ ਹੈ ਜੀ। ਇੱਥੇ ਗੁਰੂ ਨਾਨਕ ਸਾਹਿਬ ਜੀ ਨੇ ਬੈਠ ਕੇ ਸਿੱਧਾਂ ਨਾਲ ਗੋਸ਼ਟੀ ਕੀਤੀ। ਇਹ ਰੁੱਖ ਉਡਾ ਦਿੱਤਾ ਸੀ 6 ਫੁੱਟ ਉੱਚਾ। ਤੁਸੀਂ ਦੇਖ ਰਹੇ ਹੋ ਕਿ ਪਹਿਲਾਂ ਤਾਂ ਪਿਛਲੇ, ਮੈਨੂੰ ਯਾਦ ਹੈ 20 ਸਾਲ ਪਹਿਲਾਂ ਅਸੀਂ ਜਦ ਆਉਂਦੇ ਸੀ ਅਤੇ ਇਹ ਪੱਥਰ ਨਹੀਂ ਲੱਗਿਆ ਸੀ, ਇਹ ਬਾਅਦ 'ਚ ਲਾਇਆ ਪੱਥਰ। ਅਤੇ ਇਹ ਬੜਾ ਨੀਵਾਂ ਸੀ, ਸੀਮੈਂਟ ਦਾ ਥਾਂ ਸੀ 3-4 ਫੁੱਟ, ਅਤੇ ਇੱਥੇ ਸਾਰੀਆਂ ਜੜ੍ਹਾਂ ਦਿਖਦੀਆਂ ਸੀ ਰੁੱਖ ਦੀਆਂ। ਇਉਂ ਪ੍ਰਤੀਤ ਹੁੰਦਾ ਸੀ ਕਿ ਵਾਕਈ ਇਹ ਰੁੱਖ ਬਹੁਤ ਧਰਤੀ ਤੋਂ ਉੱਚਾ ਹੈ, ਜੜ੍ਹਾਂ ਹੀ ਇਹਦੀਆਂ ਬਾਹਰ ਸਨ। ਸੋ ਇਹ ਰੁੱਖ ਉਡਾਇਆ ਹੋਇਆ ਸੀ ਹਵਾ 'ਚ ਅਤੇ ਸਤਿਗੁਰੂ ਜੀ ਦੀ ਨਜ਼ਰ ਨਾਲ ਇਹ ਰੁਕ ਗਿਆ। ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਫਿਰ ਇਹ ਜੋਗੀਆਂ ਨੇ ਇਹਨੂੰ ਸੁਕਾਤਾ ਸੀ ਆਪਣੀ ਸ਼ਕਤੀਆਂ ਨਾਲ, ਅਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹਨੂੰ ਫਿਰ ਹਰਿਆਵਲ ਕੀਤਾ। ਇਹ ਬਹੁਤ ਸੋਹਣੀ ਥਾਂ ਹੈ ਜੀ। ਸਤਿਗੁਰ ਭਲੀਕਰਨ ਆਪ ਸਾਰੇ ਦਰਸ਼ਨ ਕਰ ਰਹੇ ਹੋ ਉਸ ਰੁੱਖ ਦੇ, ਜਿਹੜਾ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਸੁੱਕਿਆ ਪਿਆ ਸੀ ਔਰ ਗੁਰੂ ਨਾਨਕ ਸਾਹਿਬ ਦੇ ਆਉਣ ਨਾਲ ਇਹ ਹਰਿਆਵਲ ਹੋ ਗਿਆ। ਔਰ ਇਸ ਰੁੱਖ ਨੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਨੇ। ਇਸ ਰੁੱਖ ਨੇ ਗੁਰੂ ਨਾਨਕ ਸਾਹਿਬ ਦੀ ਸੋਭਤ ਮਾਣੀ ਹੈ। ਔਰ ਇਹ ਸਰੋਵਰ ਹੈ ਜਿਹੜਾ ਬਹੁਤ ਬਾਅਦ 'ਚ ਬਣਵਾਇਆ ਗਿਆ। ਇਹ ਪਹਿਲਾਂ ਨਹੀਂ ਸੀ, ਇਹ ਬਾਅਦ 'ਚ ਬਣਿਆ। ਬਹੁਤ ਸਾਫ਼ ਔਰ ਬਹੁਤ ਸੋਹਣੀਆਂ ਮੱਛੀਆਂ ਵਿੱਚ, ਬੜਾ ਰਮਣੀਕ ਨਜ਼ਾਰਾ ਹੈ ਜੀ। ਇੱਥੇ ਬਿਲਕੁਲ ਸਰੋਵਰ ਦੇ ਨਾਲ ਹੀ ਅਜਾਇਬ ਘਰ ਬਣਿਆ ਹੋਇਆ ਔਰ ਅਜਾਇਬ ਘਰ ਦੇ ਵਿੱਚ ਇਹ ਦੱਸਿਆ ਹੋਇਆ ਕਿ ਗੁਰੂ ਨਾਨਕ ਸਾਹਿਬ ਉਦਾਸੀਆਂ ਵੇਲੇ, ਤੀਸਰੀ ਉਦਾਸੀ ਵੇਲੇ ਇੱਥੇ ਆਏ। ਚੰਗੀ ਗੱਲ ਹੈ। ਹੋਰ ਸੰਗਤਾਂ ਨੂੰ ਪਤਾ ਲੱਗਦਾ ਹੈ ਕਿ ਸਤਿਗੁਰੂ ਜੀ ਜਦ 1514 'ਚ ਕਰਤਾਰਪੁਰ ਤੋਂ ਤੁਰੇ ਨੇ ਅਤੇ ਫਿਰ ਕਿੱਥੋਂ ਹੁੰਦੇ ਸਤਿਗੁਰੂ ਜੀ ਇੱਥੇ ਪਹੁੰਚੇ ਨੇ, ਕਿ ਇੱਥੇ ਫਿਰ ਕੁੱਲੂ, ਮੰਡੀ, ਰਵਾਲਸਰ, ਰੋਪੜ, ਫਿਰ ਸਤਿਗੁਰੂ ਜੀ ਅੱਗੇ ਰਾਣੀ ਖੇਤ ਵਗੈਰਾ ਹੁੰਦੇ ਹੋਏ ਸਾਰੀ ਥਾਵਾਂ 'ਤੇ ਹੁੰਦੇ, ਨੈਨੀਤਾਲ, ਅਤੇ ਫਿਰ ਸਤਿਗੁਰੂ ਜੀ ਨਾਨਕ ਮਤੇ ਇਸ ਥਾਂ 'ਤੇ ਪਹੁੰਚੇ ਨੇ ਜੀ। ਇਹ ਬਹੁਤ ਸੋਹਣਾ ਅਜਾਇਬ ਘਰ ਬਣਾਇਆ ਹੈ ਅਤੇ ਸਾਰੇ ਗੁਰੂ ਸਾਹਿਬਾਨਾਂ ਦਾ ਇਤਿਹਾਸ, ਭਗਤਾਂ ਦਾ ਵੀ ਹੈ ਇਹਦੇ ਵਿੱਚ ਜ਼ਿਕਰ, ਮਹਾਰਾਜਾ ਦਲੀਪ ਸਿੰਘ ਔਰ ਸਾਰਾ ਕੁਛ ਬਹੁਤ ਸੋਹਣਾ, ਬਹੁਤ ਰਮਣੀਕ। ਔਰ ਇੱਥੇ ਮੈਂ ਤਕਰੀਬਨ 20 ਸਾਲਾਂ ਬਾਅਦ ਆਇਆ, ਕਿਉਂਕਿ ਪਿੱਛੇ ਮੇਰੇ ਨਾਨਕੇ ਹੁੰਦੇ ਸਨ
ਪਿੱਛੇ ਨਾਨਕੇ ਵੀ ਰਹੇ ਨੇ ਥੋੜ੍ਹਾ ਚਿਰ, ਕਿਉਂਕਿ ਨਾਨਾ ਜੀ ਦੇ ਟਰੱਕਾਂ ਦਾ ਕੰਮ ਸੀ, ਟਰੱਕਾਂ ਦਾ ਕਾਰੋਬਾਰ ਸੀ, ਅਤੇ ਉਸ ਕਾਰੋਬਾਰ ਦੇ ਕਰਦਿਆਂ ਅਤੇ ਸਤਿਗੁਰ ਜੀ ਦੀ ਕਿਰਪਾ ਨਾਲ ਉਹ ਟਰੱਕਾਂ ਦੇ ਕਾਰੋਬਾਰ ਦੇ ਕਰਦੇ ਫਿਰ ਉਹ ਇੱਥੇ ਸ਼ੂਗਰ ਮਿਲ ਸੀ, ਉੱਥੇ ਇਹਨਾਂ ਦੇ ਟਰੱਕ ਚੱਲਦੇ ਸੀ, ਅਤੇ ਫਿਰ ਅਸੀਂ ਇੱਥੇ ਆ ਕੇ ਰਹਿੰਦੇ ਸਨ। ਆ ਰਿਹਾ ਔਰ ਅੱਜ ਹਲਦਵਾਨੀ ਆਏ ਸੀ ਕਥਾ ਕਰਨ ਵਾਸਤੇ ਗੁਰੂ ਨਾਨਕਪੁਰਾ ਸਿੰਘ ਸਭਾ ਗੁਰਦੁਆਰੇ, ਅਤੇ ਉੱਥੇ ਦੀਆਂ ਸੰਗਤਾਂ ਦਾ ਬੜਾ ਪਿਆਰ ਹੈ, ਬਹੁਤ ਸਾਰਾ ਪਿਆਰ। ਉਹਨਾਂ ਦੇ ਪਿਆਰ ਦੇ ਸਦਕੇ ਅੱਜ ਤਕਰੀਬਨ 20 ਸਾਲਾਂ ਬਾਅਦ ਨਾਨਕ ਮਤੇ ਦੀ ਪਾਵਨ ਧਰਤੀ 'ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਸਿਜਦਾ ਕਰਨ ਵਾਸਤੇ ਪਹੁੰਚੇ ਹਾਂ। ਇਹ ਬਹੁਤ ਪਾਵਨ ਸਥਾਨ ਹੈ, ਕਿਉਂਕਿ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਜੀ ਜਿਸ ਵੇਲੇ ਆਪਣੀ ਤੀਸਰੀ ਉਦਾਸੀ ਕਰਤਾਰਪੁਰ ਸਾਹਿਬ ਤੋਂ ਤੁਰਦੇ ਨੇ, ਅਤੇ ਤੀਸਰੀ ਉਦਾਸੀ ਸਤਿਗੁਰੂ ਜੀ ਦੀ ਸਾਰੀ ਉਦਾਸੀ, ਭਾਵੇਂ ਉਹ ਸਾਰੀ ਰੋਪੜ ਤੋਂ ਹੋ ਕੇ ਔਰ ਇਸ ਪਾਸੇ ਹੋ ਕੇ ਪਹਾੜਾਂ ਦੇ ਵਿੱਚ, ਅਤੇ ਸਤਿਗੁਰੂ ਜੀ ਰਾਨੀ ਖੇਤ ਤੋਂ ਹੋ ਕੇ ਨੈਨੀਤਾਲ ਤੋਂ ਫਿਰ ਸਤਿਗੁਰੂ ਜੀ ਇੱਥੇ ਆਏ ਨੇ, ਕਿਉਂਕਿ ਇਹ ਥਾਂ ਕੋਈ ਅੱਜ ਦਾ ਜਾਂ ਗੁਰੂ ਸਾਹਿਬ ਦੇ ਵੇਲੇ ਦਾ ਨਵਾਂ ਥਾਂ ਨਹੀਂ ਹੈ। ਇਹ ਸਥਾਨ ਸਭ ਤੋਂ ਪੁਰਾਤਨ ਜੋਗੀਆਂ ਦਾ, ਸਿੱਧਾਂ ਦਾ ਬੜਾ ਮਸ਼ਹੂਰ ਥਾਂ ਹੈ, ਔਰ ਇਸ ਥਾਂ ਦਾ ਪੁਰਾਤਨ ਜਿਹੜਾ ਨਾਮ ਵੱਜਦਾ ਸੀ ਉਹ ਗੋਰਖ ਮੱਥ ਦਾ ਹੀ ਵੱਜਦਾ ਸੀ, ਗੋਰਖ ਮਤਾ ਵੱਜਦਾ ਸੀ, ਔਰ ਗੋਰਖ ਮਤੇ ਦਾ ਇਹਨੂੰ ਟਿੱਲਾ ਵੀ ਕਿਹਾ ਜਾਂਦਾ ਸੀ। ਔਰ ਇਸ ਧਰਤੀ 'ਤੇ ਜਿੰਨੇ ਜੋਗੀ ਸਨ, ਔਰ ਉਹਨਾਂ ਦੇ ਮੰਨਿਆ ਜਾਂਦਾ ਹੈ ਕਿ ਭਾਵੇਂ ਉਹ ਪਹਾੜਾਂ ਦੀ ਕੰਦਰਾਂ 'ਚ ਬੈਠਣ, ਤੇ ਉਹ ਇੱਥੇ ਜ਼ਰੂਰ ਹੋ ਕੇ ਜਾਂਦੇ ਸਨ, ਕਿਉਂਕਿ ਉਹ ਉਹਨਾਂ ਦੇ ਵੱਡੇ ਉਸਤਾਦ ਕਹਿ ਲਈਏ ਜਾਂ ਉਹਨਾਂ ਦੇ ਵੱਡੇ ਆਗੂ ਕਹਿ ਲਈਏ ਜੋਗ ਮੱਤ ਦੇ। ਸੋ ਇਹ ਗੋਰਖ ਮੱਥ ਦਾ ਸਥਾਨ ਮੰਨਿਆ ਗਿਆ। ਜਿਸ ਵੇਲੇ ਗੁਰੂ ਨਾਨਕ ਸਾਹਿਬ ਇੱਥੇ ਪਹੁੰਚੇ ਨੇ, ਕਿਉਂਕਿ ਗੁਰੂ ਨਾਨਕ ਸਾਹਿਬ ਆ ਜਿੱਥੇ ਤੱਕ ਡੈਮ ਹੈ, ਆ ਇਸ ਪਾਸੇ ਡੈਮ ਹੈ, ਪਿੱਛੋਂ ਸਤਿਗੁਰੂ ਜੀ ਇੱਥੇ ਪਾਣੀ ਦੀ ਬੜੀ ਕਮੀ ਸੀ, ਇਹ ਇਤਿਹਾਸ ਕਹਿੰਦਾ, ਜਨਮ ਸਾਖੀਆਂ ਕਹਿੰਦੀਆਂ ਨੇ, ਅਤੇ ਸਤਿਗੁਰੂ ਜੀ ਨੇ ਮਰਦਾਨਾ ਜੀ ਨੂੰ ਕਿਹਾ ਕਿ ਤੁਸਾਂ ਨੇ ਪਿੱਛੇ ਨਹੀਂ ਮੁੜ ਕੇ ਵੇਖਣਾ। ਉਹਦਾ ਕਾਰਨ ਇਹ ਕਿ ਸੀ ਕਿ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਤੁਰੇ ਆ ਰਹੇ ਸਨ, ਅਤੇ ਪਿੱਛੇ ਪਾਣੀ ਵੀ ਸਤਿਗੁਰੂ ਜੀ ਦੇ ਆ ਰਿਹਾ ਸੀ। ਸੋ ਜਿੱਥੇ ਮਰਦਾਨਾ ਨੇ ਵੇਖਿਆ, ਆ ਇਤਿਹਾਸ ਦੱਸਦਾ ਸਾਡਾ, ਆ ਜਨਮ ਸਾਖੀਆਂ ਇਸ ਗੱਲ ਦੀ ਗਵਾਹੀਆਂ ਭਰਦੀਆਂ, ਔਰ ਇੱਥੇ ਦੀ ਜਿਹੜੀ ਲੋਕਲ ਲੋਕ ਨੇ, ਇੱਥੇ ਦੀ ਗਰਾਊਂਡ ਰਿਐਲਿਟੀ ਜਿਹੜੀ ਹੈ, ਇੱਥੇ ਦਾ ਜਿਹੜਾ ਫੋਕਲੋਰ ਹੈ, ਇੱਥੇ ਦਾ ਕਲਚਰ ਹੈ, ਇਸ ਗੱਲ ਨੂੰ ਪੂਰਨ ਤੌਰ 'ਤੇ ਮੰਨਦਾ ਹੈ ਕਿ ਗੁਰੂ ਨਾਨਕ ਸਾਹਿਬ ਇੱਥੇ ਪਾਣੀ ਲੈ ਕੇ ਆਏ ਨੇ। ਪਾਣੀ ਬਿਲਕੁਲ ਅੱਜ ਵੀ ਇਸ ਧਰਤੀ ਦੇ ਜਦ ਬੋਰ ਕੀਤਾ ਜਾਂਦਾ ਹੈ ਜਾਂ ਇੱਥੇ ਨਲਕੇ ਲੱਗੇ ਹੋਏ ਨੇ, ਪਿਛਲੇ 20 ਸਾਲ ਪਹਿਲਾਂ ਵੀ ਮੈਂ ਪਾਣੀ ਦਾ ਸਵਾਦ ਲਿਆ ਅਤੇ ਖਾਰਾ, ਅਤੇ ਹੁਣ ਵੀ ਪਾਣੀ ਖਾਰਾ ਹੈ, ਪਰ ਗੁਰੂ ਸਾਹਿਬ ਇੱਥੇ ਮਿੱਠਾ ਪਾਣੀ ਲੈ ਕੇ ਆਏ ਨੇ। ਇਸ ਕਰਕੇ ਜਿੱਥੇ ਤੱਕ ਗੁਰੂ ਸਾਹਿਬ ਪਹੁੰਚੇ ਹੈ, ਅਤੇ ਉੱਥੇ ਤੱਕ ਕਹਿੰਦੇ ਨਾਨਕ ਡੈਮ ਹੀ ਹੈ ਇਸ ਥਾਂ ਦਾ ਨਾਂ, ਹਾਂਜੀ, ਨਾਨਕ ਸਾਗਰ ਡੈਮ। ਉੱਥੋਂ ਤੱਕ ਫਿਰ ਗੁਰੂ ਸਾਹਿਬ ਇੱਥੋਂ ਅੱਗੇ ਆਏ। ਇੱਥੇ ਸੁਣਿਆ ਸੀ ਕਿ ਜੋਗੀਆਂ ਦਾ ਮੱਠ ਹੈ, ਅਤੇ ਬੜਾ ਸਾਰਾ ਇਤਿਹਾਸ ਮਿਲਦਾ। ਕਈ ਕਹਿੰਦੇ ਕਿ ਸਤਿਗੁਰੂ ਜੀ ਦੇ ਅੱਗੇ ਵਿਚਾਰ ਵਟਾਂਦਰੇ ਤੋਂ ਪਹਿਲਾਂ ਸ਼ਰਾਬ ਦਾ ਪਿਆਲਾ ਵੀ ਇੱਥੇ ਰੱਖਿਆ ਗਿਆ ਗੁਰੂ ਨਾਨਕ ਸਾਹਿਬ ਜੀ ਦੇ ਸਨਮੁਖ ਜੋਗੀਆਂ ਵੱਲੋਂ। ਮਹਾਰਾਜ ਕਹਿੰਦੇ ਇਹ ਕੀ ਚੀਜ਼ ਹੈ, ਕਹਿੰਦੇ ਇਹਦੇ ਘੁੱਟ ਲਾਓ ਅਤੇ ਸਾਰੀ ਰਾਤ ਬੰਦਗੀ ਕਰੋ, ਅਤੇ ਫਿਰ ਮਹਾਰਾਜ ਕਹਿੰਦੇ ਸਵੇਰੇ, ਕਹਿੰਦੇ ਸਵੇਰ ਦੀ ਸਵੇਰ ਵੇਖਾਂਗੇ। ਫਿਰ ਗੁਰੂ ਨਾਨਕ ਸਾਹਿਬ ਨੇ ਕਿਹਾ ਇਹੋ ਜਿਹੇ ਨਸ਼ੇ ਦਾ ਕੀ ਕਰਨਾ ਜਿਹੜਾ ਨਸ਼ਾ ਘੜੀ ਬਾਅਦ ਉਤਰ ਜਾਏ। ਮੇਰੇ ਕੋਲ ਉਹ ਨਸ਼ਾ, ਮੈਂ ਉਹ ਨਸ਼ਾ ਕੀਤਾ ਜਿਹੜਾ ਕਦੀ ਨਹੀਂ ਉਤਰਦਾ। ਅਤੇ ਉਹ ਸ਼ਬਦ ਵੀ ਹੈ, ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈ ਹੈ, ਪਾਠੀ ਪਵਨ ਪ੍ਰੇਮ ਕਾ ਪਹੁੰਚਾ, ਇਤਰਸ ਅਮਿਓ ਚੁਆਈ ਹੈ, ਬਾਬਾ ਮਨ ਮਤਵਾਰੋ ਨਾਮ ਰਸ ਪੀਵੈ, ਸਹਿਜ ਰੰਗ ਰਚ ਰਿਹਾ। ਕਿ ਭਾਵੇਂ ਉਹ ਕਿੱਕਰ ਦੇ ਰੁੱਖ ਦੀ ਛੱਲ ਜਾਂ ਫੁੱਲਾਂ ਨੂੰ ਜਾਂ ਗੁੜ ਨੂੰ, ਸਾਡਾ ਜਿਹੜਾ ਗਿਆਨ ਹੀ ਗੁੜ ਹੈ, ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈ ਹੈ। ਰੁੱਖ ਦੀ ਕਸ ਅਤੇ ਫੁੱਲ ਸਾਡੀ ਕਰਨੀ ਸ਼ੁੱਧ ਹੋਣੀ ਚਾਹੀਦੀ, ਇਹ ਹੈ। ਇਹ ਵਾਲੇ ਨਾਮ ਦਾ ਨਸ਼ਾ ਅਸੀਂ ਕੀਤਾ, ਸਾਨੂੰ ਇਸ ਪਿਆਲੇ ਦੀ ਲੋੜ ਨਹੀਂ ਹੈ। ਫਿਰ ਇਸ ਤੋਂ ਬਾਅਦ ਅਸਲ ਦੇ ਵਿੱਚ ਗੁਰੂ ਸਾਹਿਬ ਦੇ ਆਉਣ ਤੋਂ ਪਹਿਲਾਂ ਹੀ ਇਹ ਇਤਿਹਾਸ ਕਹਿੰਦਾ ਕਿ ਇਸ ਧਰਤੀ ਦਾ ਇਤਿਹਾਸ ਕਹਿੰਦਾ, ਇਹ ਜਿਹੜਾ ਪਿੱਛੇ ਤੁਸੀਂ ਰੁੱਖ ਦੇਖ ਰਹੇ ਹੋ, ਬਹੁਤ ਵੱਡਾ ਪਿੱਪਲ ਦਾ ਰੁੱਖ ਹੈ। ਇਹ ਰੁੱਖ ਸੁੱਕਿਆ ਪਿਆ ਸੀ ਬਿਲਕੁਲ, ਅਤੇ ਸਤਿਗੁਰੂ ਜੀ ਦੇ ਇੱਥੇ ਚਰਨ ਧਰਦਿਆਂ ਸਾਰੀ ਇਹ ਰੁੱਖ ਹਰਾ ਭਰਾ ਹੋ ਗਿਆ, ਕਿਉਂਕਿ ਸੁੱਕੇ ਕਾਸ਼ਟ ਹਰਿਆ। ਸਤਿਗੁਰੂ ਜੀ ਤੇ ਸੁੱਕੇ ਹਿਰਦਿਆਂ ਨੂੰ ਹਰਿਆਵਲ ਕਰਨ ਆਏ, ਤੇ ਵਨਸਪਤੀ ਕਿਉਂ ਨਹੀਂ ਹੋਏਗੀ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਥਾਪਣ ਸੁਆ। ਜਾਂ ਗੁਰੂ ਨਾਨਕ ਸਾਹਿਬ, ਇਹ ਗੁਰੂ ਰਾਮਦਾਸ ਜੀ ਬਚਨ ਕਰਦੇ ਹੈ ਕਿ ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਪਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਸੋ ਇਹ ਧਰਤੀ ਹਰਿਆਵਲ ਹੋਈ, ਇਹ ਰੁੱਖ ਹਰਿਆਵਲ ਹੋਇਆ। ਜੋਗੀਆਂ ਤੋਂ ਇਹ ਚੀਜ਼ ਜਰੀ ਨਹੀਂ ਗਈ, ਉਹਨਾਂ ਨੇ ਆਪਣੀਆਂ ਰਿੱਧੀਆਂ ਸਿੱਧੀਆਂ, ਆਪਣੀਆਂ ਕਰਾਮਾਤਾਂ ਦਿਖਾਈਆਂ। ਔਰ ਇੱਥੇ ਹੀ ਸਭ ਤੋਂ ਪਹਿਲਾਂ ਮੰਨਿਆ ਜਾਂਦਾ ਕਿ ਜੋਗੀਆਂ ਨੇ ਆਪਣਾ ਝੰਡਾ ਗੱਡਤਾ ਸੀ। ਬੁੱਧ ਧਰਮ ਤੋਂ ਹੀ ਇਹ ਜੋਗੀ ਬਣੇ ਸਨ ਸਿੱਧ, ਅਤੇ ਝੰਡਾ ਗੱਡਣ ਦੀ ਇਹ ਨਿਸ਼ਾਨੀ ਹੁੰਦੀ ਹੈ। ਜਿੱਥੇ ਜੋਗੀ ਬੁੱਧ ਸਿੱਧ ਲੋਕ ਝੰਡਾ ਗੱਡ ਦੇਣ ਨਾ, ਇਹਦਾ ਮਤਲਬ ਕਿ ਹੁਣ ਸੰਵਾਦ ਸ਼ੁਰੂ ਕਰੋ, ਆਓ ਹੁਣ ਸਿੱਧੋ ਸਿੱਧ ਹੋਈਏ। ਇਹਨੂੰ ਮੈਲੇ ਵੀ ਕਹਿੰਦੇ ਆ, ਇਹਨੂੰ ਜੰਗ ਕਹਿੰਦੇ ਆ ਵਿਚਾਰਾਂ ਦੀ। ਅਤੇ ਸਤਿਗੁਰੂ ਜੀ ਦੀ ਜੋਗੀਆਂ ਨਾਲ ਇਕੱਲੇ ਰਿੱਧੀਆਂ ਸਿੱਧੀਆਂ ਦੀ ਜੰਗ ਨਹੀਂ ਹੋਈ, ਇੱਥੇ ਵਿਚਾਰਾਂ ਦੀ ਵੀ ਜੰਗ ਹੋਈ ਹੈ।
ਤੇ ਵਿਚਾਰ ਕਰਕੇ ਵੀ ਉਹ ਜਿੱਤ ਨਹੀਂ ਸਕੇ, ਰਿੱਧੀਆਂ ਸਿੱਧੀਆਂ ਕਰਕੇ ਵੀ ਜਿੱਤ ਨਹੀਂ ਸਕੇ। ਇਸ ਰੁੱਖ ਨੂੰ ਉਡਾਤਾ ਉਹਨਾਂ ਨੇ, ਪਰ ਸਤਿਗੁਰ ਜੀ ਦੀ ਕਿਰਪਾ ਐਸੀ ਸੀ, ਇਹ 6-7 ਫੁੱਟ ਉੱਚਾ ਉੱਡ ਗਿਆ ਸੀ ਰੁੱਖ ਰਿੱਧੀਆਂ ਸਿੱਧੀਆਂ ਕਰਕੇ। ਸਤਿਗੁਰ ਜੀ ਨੇ ਨਦਰੇ ਇਨਾਇਤ ਨਾਲ ਵੇਖਿਆ, ਇਹ ਉੱਥੇ ਹੀ ਟਿਕ ਗਿਆ ਤੇ ਬਚਨ ਕੀਤਾ ਕਿ ਇਹ ਇੱਥੇ ਹੀ ਰਹੇਗਾ, ਇਹ ਕਿੱਥੇ ਨਹੀਂ ਜਾਣ ਵਾਲਾ। ਸੋ ਇਹ ਚੀਜ਼ਾਂ ਨੇ ਹਿਲਾ ਕੇ ਰੱਖ ਦਿੱਤਾ ਇੱਥੇ ਜੋਗੀਆਂ ਨੂੰ, ਔਰ ਨਤਮਸਤਕ ਹੋਏ। ਫਿਰ ਜੋਗੀਆਂ ਨੇ ਇਹ ਕੀਤਾ ਕਿ ਜੇ ਗੁਰੂ ਨਾਨਕ ਸਾਹਿਬ ਦੀ ਇੰਨੀ ਉਸਤਤ ਹੈ, ਕਿਤੇ ਖਰੇ ਸਾਡਾ ਇਹ ਥਾਂ ਹੀ ਨਾ ਜਾਂਦਾ ਰਹੇ, ਸਾਡਾ ਨਾਮ ਹੀ ਨਾ ਜਾਂਦਾ ਰਹੇ। ਉਹਨਾਂ ਨੇ ਕੀ ਕੀਤਾ ਕਿ ਅੰਦਰ ਗੁਰਦੁਆਰਾ ਸਾਹਿਬ ਦੇ ਇੱਕ ਟੋਆ ਬਣਾਇਆ, ਭੋਰਾ ਜਿਹਾ ਛੋਟਾ ਜਿਹਾ, ਉੱਥੇ ਬੱਚੇ ਨੂੰ ਗੱਡ ਦਿੱਤਾ ਤੇ ਉਹਨੂੰ ਸਿਖਾਤਾ ਕਿ ਅਸੀਂ ਜਦ ਪੁੱਛਾਂਗੇ ਕਿ ਇਹ ਧਰਤੀ ਕਿਹਦੀ ਹੈ ਤੇ ਤੂੰ ਕਹਿ ਦੀ ਇਹ ਧਰਤੀ ਗੋਰਖਾਂ ਦੀ ਹੈ, ਇਹ ਜੋਗੀਆਂ ਦੀ ਹੈ। ਤੇ ਇਹ ਹੀ ਹੋਇਆ ਤੇ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਸੈਂਕੜੇ ਇੱਥੇ ਆ ਗਏ, ਝੁੱਕ ਗਏ, ਜੋਗੀ ਵੀ ਝੁੱਕ ਗਏ ਕਈ। ਪਰ ਜੋਗੀਆਂ ਨੂੰ ਇਹ ਸੀ ਕਿ ਇਹ ਧਰਤੀ ਗੁਰੂ ਨਾਨਕ ਸਾਹਿਬ ਦੇ ਨਾਮ ਤੋਂ ਨਾ ਪੂਜੀ ਜਾਏ ਕਿੱਥੇ, ਕਿਉਂਕਿ ਅਜ਼ਮਤ ਬੜੀ ਹੈ ਨਾ। ਸਤਿਗੁਰ ਅਗਮ ਅਗਾਧ ਪੁਰਖ ਕਿਹੜਾ ਚੱਲੇ ਗੁਰੂ ਦੀ ਚਾਲਾ, ਕਿਹੜਾ ਚੱਲ ਸਕਦਾ ਗੁਰੂ ਦੀ ਚਾਲ, ਕੋਈ ਨਹੀਂ ਚੱਲ ਸਕਦਾ। ਫਿਰ ਉਹਨਾਂ ਨੇ ਇੱਕ ਕਾਰਾ ਵਰਤਾਇਆ, ਕਹਿੰਦੇ ਕਿ ਇਸ ਧਰਤੀ ਤੋਂ ਪੁੱਛ ਲਓ ਇੱਕ ਧਰਤੀ ਕਿਹਦੀ ਹੈ। ਬੱਚੇ ਨੂੰ ਸਿਖਾ ਕੇ ਟੋਏ 'ਚ ਪੁੱਟਦਾ, ਜੋ ਇੱਥੇ ਦਾ ਇਤਿਹਾਸ ਬੋਲ ਕੇ ਦੱਸਦਾ ਕਿ ਇੱਥੇ ਭੋਰਾ ਵੀ ਹੈ। ਤੇ ਉਹ ਬੱਚੇ ਤੋਂ ਪੁੱਛਿਆ ਧਰਤੀ ਕਿਹਦੀ ਹੈ, ਕਹਿੰਦੇ ਜੀ ਇਹ ਜੋਗੀਆਂ ਦੀ ਹੈ ਜੀ, ਇਹ ਜੋਗਮਤ ਹੈ, ਜੋਗਮਤ ਹੈ, ਗੋਰਖਮਤ ਹੈ। ਤੇ ਸਤਿਗੁਰੂ ਜੀ ਕਹਿੰਦੇ ਹੱਸ ਪਏ ਤੇ ਸਤਿਗੁਰੂ ਜੀ ਕਹਿੰਦੇ ਚਲੋ ਮੈਂ ਪੁੱਛਦਾ ਇੱਕ ਵਾਰੀ ਇਹ ਧਰਤੀ ਕਿਹਦੀ ਹੈ। ਸਤਿਗੁਰੂ ਜੀ ਨੇ ਜਿਸ ਵੇਲੇ ਪੁੱਛਿਆ ਧਰਤੀ ਕਿਹਦੀ ਹੈ ਤੇ ਧਰਤੀ ਨੇ 3 ਵਾਰੀ ਪੁਕਾਰ ਕੇ ਆਖਿਆ ਨਾਨਕ ਮਤਾ, ਨਾਨਕ ਮਤਾ, ਨਾਨਕ ਮਤਾ। ਔਰ ਇਸ ਕਾਰੇ ਨੂੰ ਮੁੱਖ ਰੱਖਦਿਆਂ ਭਾਈ ਗੁਰਦਾਸ ਜੀ ਨੇ ਇਹ ਵਾਰ ਵੀ ਉਚਾਰੀ ਹੈ ਕਿ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਲ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਉੱਥੇ ਜ਼ਿਕਰ ਹੈ, ਦੇਖੋ ਸਿੱਧ ਆਸਣ ਸਭ ਜਗਤ ਦੇ, ਕਿਉਂਕਿ ਇਹ ਧਰਤੀ ਸਿੱਧਾਂ ਦੀ ਮੰਨੀ ਗਈ ਹੈ। ਬਈ ਸਿੱਧਾਂ ਨੇ ਇੱਥੇ ਕਿਹਾ ਕਿ ਜੀ ਗ੍ਰਸਤ ਛੱਡੋ ਤੇ ਸਾਰੇ ਉਦਾਸ ਹੋ ਜਾਓ ਤੇ ਆ ਕੇ ਪਹਾੜਾਂ ਦੀ ਕੰਦਰਾਂ 'ਚ ਯੋਗ ਸਾਧਨਾ ਕਰੋ। ਸਿੱਧ ਆਸਣ ਸਭ ਜਗਤ ਦੇ, ਪਰ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਨੇ ਪੈਰ ਧਰਤਾ, ਨਾਨਕ ਆਦ ਮਤੇ ਜੇ ਕੋਆ, ਉਹ ਨਾਨਕ ਮਤਾ ਬਣ ਗਿਆ। ਉਹ ਨਾਨਕ ਦੀ ਥਾਂ ਗੁਰੂ ਨਾਨਕ ਸਾਹਿਬ ਦੀ ਥਾਂ ਹੋ ਗਈ। ਫਿਰ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋਆ। ਤੇ ਸਦਾ ਹੀ ਵਿਸਾਖੀ ਹੈ ਜੇ ਇਸ ਧਰਤੀ ਤੇ ਆਈਏ ਨਾ, ਇਹੋ ਜਾਪਦਾ ਕਿ ਰੋਜ਼ ਹੀ ਖੇੜੇ ਵਰਤ ਰਹੇ ਨੇ, ਰੋਜ਼ ਹੀ ਖੁਸ਼ੀਆਂ ਵਰਤ ਰਹੀਆਂ ਨੇ। ਸੋ ਇਹ ਥਾਂ ਨੇ, ਤੁਸੀਂ ਪਿੱਛੇ ਮੇਨ ਗੁਰਦੁਆਰਾ ਸਾਹਿਬ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੈ, ਅੰਦਰ ਭੋਰਾ ਹੈ ਜਿੱਥੇ ਉਹ ਕਾਰਾ ਵਾਪਰਿਆ ਬੱਚੇ ਦਾ, ਤੇ ਧਰਤੀ ਨੇ ਪੁਕਾਰ ਕੇ ਆਖਿਆ ਕਿ ਇਹ ਧਰਤੀ ਕਿ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਆਪਨ ਸੋ, ਉਹ ਧਰਤੀ ਵੀ ਕਰਤਾਰ ਦੀ ਹੈ, ਉਹ ਧਰਤੀ ਵੀ ਕਰਤਾਰ ਦੇ ਵਰਸੋਏ ਹੋਏ ਗੁਰੂ ਨਾਨਕ ਸਾਹਿਬ ਦੀ ਹੈ। ਇਹ ਰੁੱਖ ਹੈ, ਇਸ ਰੁੱਖ ਤੋਂ ਭਾਵ ਕਿ ਇਸ ਥਾਂ ਦੀ ਸੇਵਾ ਗੁਰੂ ਨਾਨਕ ਸਾਹਿਬ ਤੋਂ ਬਾਅਦ ਇੱਥੇ ਭਾਈ ਅਲਮਸਤ ਜੀ ਹੋਏ ਨੇ, ਜਨਮ ਸਾਖੀਆਂ ਜ਼ਿਕਰ ਕਰਦੀ ਹੈ। ਉਹਨਾਂ ਨੇ ਸੇਵਾ ਸੰਭਾਲੀ ਹੈ ਬੜਾ ਸਮਾਂ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਜੋਗੀਆਂ ਨੇ ਫਿਰ ਇੱਥੇ ਜ਼ੋਰ ਪਾਇਆ, ਅਲਮਸਤ ਜੀ ਨੂੰ ਡਰਾ ਕੇ ਭਜਾਉਣ ਦੀ ਕੋਸ਼ਿਸ਼ ਕੀਤੀ, ਧੱਕਾ ਵੀ ਕੀਤਾ, ਤੇ ਇਸ ਰੁੱਖ ਨੂੰ ਉਹਨਾਂ ਨੇ ਆਪਣੀ ਰਿੱਧੀਆਂ ਸਿੱਧੀਆਂ ਨਾਲ ਫਿਰ ਸਾੜਤਾ, ਸੁਕਾਤਾ। ਫਿਰ ਅਲਮਸਤ ਜੀ ਨੇ ਅੰਤਰ ਧਿਆਨ ਹੋ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਚਰਨਾਂ 'ਚ ਬੇਨਤੀ ਕੀਤੀ। ਹਰਿਮੰਦਰ ਸਾਹਿਬ ਅੰਮ੍ਰਿਤਸਰ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਉਹ ਅਰਦਾਸ ਪਹੁੰਚੀ। ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਵਾਰਿਸ ਗੁਰੂ ਹਰਗੋਬਿੰਦ ਸਾਹਿਬ ਸੀ, ਤੇ ਸਤਿਗੁਰੂ ਜੀ ਨੂੰ ਇਹ ਆਵਾਜ਼ ਇੱਥੋਂ ਅਰਦਾਸ ਸੁਣੀ ਕਿ ਇੱਥੇ ਲੋੜ ਹੈ ਸਤਿਗੁਰੂ ਜੀ ਤੁਹਾਡੀ ਦੁਬਾਰਾ। ਫਿਰ ਗੁਰੂ ਹਰਗੋਬਿੰਦ ਸਾਹਿਬ ਦੇਖੋ ਘੋੜੇ ਤੇ ਸਵਾਰ ਹੋ ਕੇ ਸਤਿਗੁਰੂ ਜੀ ਉੱਥੋਂ ਨਿਕਲੇ ਨੇ। ਕੈਸੀ ਖਿੱਚ ਹੈ, ਕੈਸੀ ਅਰਦਾਸ ਹੈ। ਇੱਥੇ ਪਹੁੰਚਦਿਆਂ ਹੀ ਸਤਿਗੁਰੂ ਜੀ ਦਾ ਜਾਹੋ ਜਲਾਲ, ਭਾਰੀ ਗੁਰੂ ਹੈ ਨਾ, 5 ਪਿਆਲੇ 5 ਪੀਰ ਛਟਮ ਪੀਰ ਬੈਠਾ ਗੁਰ ਭਾਰੀ। ਆ ਭਾਰੀ ਗੁਰੂ ਜਦ ਪਹੁੰਚਿਆ, ਘੋੜਾ ਸਤਿਗੁਰੂ ਜੀ ਦੇ ਸ਼ਸਤਰ ਬਸਤਰ, ਸੋਹਣਾ ਦੁਮਾਲਾ, ਕਲਗੀਆਂ, ਆਵਾਜ਼, ਆ ਸਾਰਾ ਕੁਝ ਦੇਖ ਕੇ ਸਿੱਧ ਉਹੀ ਭੱਜ ਗਏ। ਆ ਕਰਾਮਾਤ ਹੁੰਦੀ ਹੈ ਗੁਰੂ ਘਰ ਦੀ, ਆ ਗੁਰੂ ਘਰ ਦੀ ਸਭ ਤੋਂ ਵੱਡੀ। ਤੇ ਸਾਡੇ ਘਰ ਦੀ ਕੋਈ ਪਸਮ ਨਹੀਂ ਹੈ। ਗੁਰੂ ਰਾਮਦਾਸ ਜੀ ਕਹਿੰਦੇ ਗੁਰੂ ਕੇ ਘਰ ਦੀ ਪਸਮ ਗੁਰੂ ਦੇ ਚਰਨਾਂ ਦੀ ਧੂੜ ਹੈ। ਸੋ ਆਓ ਇਸ ਧਰਤੀ ਦੀ ਧੂੜ ਲਓ, ਗੁਰੂ ਨਾਨਕ ਸਾਹਿਬ ਦੀ ਧੂੜ। ਗੁਰੂ ਹਰਗੋਬਿੰਦ ਸਾਹਿਬ ਨੇ ਪਾਣੀ 'ਚ ਕੇਸਰ ਮਿਲਾ ਕੇ ਛਿੱਟੇ ਮਾਰੇ, ਨਦਰੇ ਇਨਾਇਤ ਕੀਤੀ, ਫਿਰ ਇਹ ਹਰਿਆਵਲ ਹੋ ਗਈ। ਸਾ ਧਰਤੀ ਫਿਰ ਹਰਿਆਵਲ ਹੋ ਗਈ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਕਿਰਪਾ ਕਠਾ ਕਬਲੋਕਨ ਕੀਨੋ, ਤੇ ਅਲਮਸਤ ਜੀ ਦੇ ਮਨ ਦੀ ਇੱਛਾ ਪੂਰੀ ਕੀਤੀ। ਇਹ ਥਾਂ ਫਿਰ ਟਿਕਿਆ, ਬੜਾ ਸੋਹਣਾ। ਇਸ ਪਾਸੇ ਤੁਸੀਂ ਸਰੋਵਰ ਦੇਖ ਰਹੇ ਹੋ, ਔਰ ਇੱਥੇ ਸਤਿਗੁਰੂ ਜੀ ਦੀ ਬੜੀ ਕਿਰਪਾ ਵਰਤਦੀ ਹੈ। ਬੜੀ ਦੂਰੋਂ ਦੂਰੋਂ ਸਿੱਖ ਸੰਗਤਾਂ ਇੱਥੇ ਆਉਂਦੀਆਂ ਨੇ। ਇਹਨਾਂ ਪੱਤਿਆਂ ਤੇ ਇਉਂ ਪ੍ਰਤੀਤ ਹੁੰਦਾ ਜਿਸ ਤਰ੍ਹਾਂ ਕੇਸਰ ਦੇ ਛਿੱਟੇ ਮਾਰੇ ਹੋਏ ਨੇ ਅਜੇ ਤੱਕ। ਇਹ ਇਹਨਾਂ ਪੱਤਿਆਂ ਤੇ ਇਉਂ ਪ੍ਰਤੀਤ ਹੁੰਦਾ ਹੈ ਅਜੇ ਤੱਕ ਵੀ ਕਿ ਜਿਵੇਂ ਕੇਸਰ ਦੇ ਛਿੱਟੇ ਹੀ ਹੋਣ। ਤੁਸੀਂ ਹੁਣ ਦਰਸ਼ਨ ਕਰਨ ਲੱਗੇ ਹੋ ਨਾਨਕ ਸਾਗਰ ਦੇ, ਕਿ ਇੱਥੋਂ ਸਤਿਗੁਰੂ ਜੀ ਰੀਠਾ ਸਾਹਿਬ ਵੱਲੋਂ ਤੇ ਇਸ ਪਾਸਿਓਂ ਆਏ ਨੇ, ਤੇ ਪਾਣੀ
ਇਸ ਸਥਾਨ ਨੂੰ ਬੌਲੀ ਸਾਹਿਬ ਵੀ ਕਿਹਾ ਗਿਆ ਗੁਰੂ ਨਾਨਕ ਸਾਹਿਬ ਦੀ ਯਾਦ 'ਚ। ਤੇ ਬੜੀ ਦੂਰ ਤੱਕ ਪੀਲੀਭੀਤ ਤੱਕ ਇਹ ਥਾਂ ਫੈਲੀ ਹੋਈ ਹੈ ਤੇ ਇਹਨੂੰ ਨਾਨਕ ਸਾਗਰ ਲੇਕ ਵੀ ਕਹਿੰਦੇ ਆ। ਨਾਨਕ ਸਾਗਰ ਲੇਕ ਬਹੁਤ ਰਮਣੀਕ ਨਜ਼ਾਰਾ ਹੈ, ਬਹੁਤ ਰਮਣੀਕ ਤੇ ਬਹੁਤ ਵਿਸ਼ਾਲ। ਤੇ ਗੁਰੂ ਨਾਨਕ ਸਾਹਿਬ ਜੀ ਇੱਥੋਂ ਤੱਕ ਪਾਣੀ ਲੈ ਕੇ ਆਏ। ਇਹ ਪਾਣੀ ਸਾਰਾ ਗੁਰੂ ਨਾਨਕ ਸਾਹਿਬ ਜੀ ਦੀ ਯਾਦ 'ਚ ਹੀ ਹੈ। ਤੇ ਕਿਹੜਾ ਇਲਾਕੇ ਇੱਥੇ ਇੱਕ ਰੀਠਾ ਸਾਹਿਬ ਹੈ ਰਸਤਾ ਔਰ ਦੂਸਰਾ ਬਾਗੇਸ਼ਵਰ ਤੇ ਰੀਠਾ ਸਾਹਿਬ ਇੱਥੋਂ ਇਸ ਦਾ ਨਾਮ ਨੇਪਾਲ ਮਿਲਦਾ ਹੈ ਇੱਥੋਂ। ਅੱਛਾ ਇਸ ਪਾਸੋਂ ਨੇਪਾਲ ਮਿਲਦਾ ਹੈ। ਹਾਂ ਬਨਬਸਾ ਨੇਪਾਲ ਬਨਬਸਨ ਨੇੜੇ ਹੀ ਹੈ ਬਿਲਕੁਲ ਨੇਪਾਲ ਬਾਰਡਰ। ਹਾਂ ਬਹੁਤ ਨਜ਼ਦੀਕ। ਅੱਛਾ ਬਨਬਸਾ ਹੋ ਕੇ ਮਹਿੰਦਰ ਨਗਰ। ਅੱਛਾ ਇੱਥੋਂ ਬਿਲਕੁਲ ਸਾਹਮਣੇ ਜਿੱਥੇ ਤੁਸੀਂ ਦੇਖ ਰਹੇ ਹੋ ਇਧਰੋਂ ਨੇਪਾਲ ਬਾਰਡਰ ਹੀ ਆ ਬਿਲਕੁਲ ਪਰਾਂ। ਤੇ ਇੱਥੋਂ ਬਾਰਡਰ ਸ਼ੇਅਰ ਹੁੰਦਾ, ਲੋਕੀ ਜਾਂਦੇ ਬਾਈ ਰੋਡ ਨੇਪਾਲ 'ਚ। ਠੀਕ ਹੈ। ਤੇ ਉਹ ਪਿੱਛੇ ਤੁਸੀਂ ਉੱਤਰਾਖੰਡ ਦੇ ਪਹਾੜ ਵੇਖ ਰਹੇ ਹੋ ਸਾਰੇ, ਬਹੁਤ ਰਮਣੀਕ ਦੂਰ ਤੱਕ। ਇਹ ਪਵਿੱਤਰ ਬੌਲੀ ਸਾਹਿਬ ਹੈ ਤੇ ਇਹਦਾ ਇਤਿਹਾਸ ਇਹ ਹੈ ਕਿ ਜਦੋਂ ਸਿੱਧਾਂ ਦੇ ਗੁਰੂ ਨਾਨਕ ਦੇਵ ਜੀ ਨੂੰ ਹੈਰਾਨ ਕਰਨ ਦੇ ਹੈਰਾਨ ਦੇ ਸਾਰੇ ਯਤਨ ਬੇਕਾਰ ਹੋ ਗਏ ਤਾਂ ਉਹਨਾਂ ਨੇ ਗੁਰੂ ਜੀ ਨੂੰ ਕਿਹਾ ਕਿ ਪੂਰਬੀ ਦਾ ਤਿਉਹਾਰ ਆ ਰਿਹਾ ਤੇ ਸਾਨੂੰ ਗੰਗਾ ਇਸ਼ਨਾਨ ਕਰਵਾਓ। ਉਸ ਸਮੇਂ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਇੱਕ ਫੌੜੀ ਦੇ ਕੇ ਅਤੇ ਉਸ ਨੂੰ ਪਹਾੜ ਤੋਂ ਗੰਗਾ ਨਦੀ ਲਿਆਉਣ ਲਈ ਕਿਹਾ ਅਤੇ ਆਗਿਆ ਦਿੱਤੀ ਕਿ ਪਿੱਛੇ ਮੁੜ ਕੇ ਨਹੀਂ ਵੇਖਣਾ। ਭਾਈ ਮਰਦਾਨਾ ਜੀ ਫੌੜੀ ਨਾਲ ਲਕੀਰ ਖਿੱਚਦੇ ਹੋਏ ਇਸ ਸਥਾਨ ਤੇ ਆ ਗਏ ਤੇ ਉਹਨਾਂ ਨੇ ਪਿੱਛੇ ਮੁੜ ਕੇ ਵੇਖ ਲਿਆ ਤਾਂ ਗੰਗਾ ਨਦੀ ਉੱਥੇ ਹੀ ਰੁਕ ਗਈ। ਤਾਂ ਗੁਰੂ ਜੀ ਨੇ ਸਿੱਧਾਂ ਨੂੰ ਕਿਹਾ ਕਿ ਅਸੀਂ ਗੰਗਾ ਇੱਥੋਂ ਤੱਕ ਲੈ ਆਏ ਹਾਂ, ਅੱਗੇ ਤੁਸੀਂ ਲੈ ਆਵੋ। ਸਿੱਧਾਂ ਨੇ ਸਾਰੇ ਯਤਨ ਲਾ ਲਏ ਪਰ ਗੰਗਾ ਅੱਗੇ ਨਾ ਆ ਸਕੇ। ਇਸ ਸਥਾਨ ਤੇ ਪਵਿੱਤਰ ਬੌਲੀ ਸਾਹਿਬ ਸੁਭਾਇਮਾਨ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਨਕ ਮਤਾ ਸਾਹਿਬ। ਸੋ ਇਹ ਕੁੱਲ ਮਿਲਾ ਕੇ ਇਹ ਜਿਹੜਾ ਇਤਿਹਾਸ ਹੈ ਇੱਥੇ ਦਾ, ਤੇ ਸਿੱਧਾਂ ਦੇ ਕਹਿਣ ਤੇ ਹੀ ਸਿੱਧਾਂ ਨੇ ਕਿਹਾ ਕਿ ਸਾਨੂੰ ਇੱਥੇ ਗੰਗਾ ਲਿਆ ਕੇ ਦਿਓ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਮਰਦਾਨੇ ਨੂੰ ਫੌੜੀ ਦਿੱਤੀ ਤੇ ਕਿਹਾ ਕਿ ਉਹ ਪਹਾੜਾਂ ਵਿੱਚੋਂ ਤੁਸੀਂ ਗੰਗਾ ਕੱਢ ਕੇ ਲਿਆਓ। ਸੋ ਸਤਿਗੁਰੂ ਸਭ ਕੁਝ ਕਰ ਸਕਦੇ ਨੇ ਕਿ ਕੁਦਰਤ ਦਾ ਸੁਭਾਅ ਵੀ ਸਤਿਗੁਰੂ ਬਦਲ ਸਕਦੇ ਨੇ ਕਿਉਂਕਿ ਤਾਕਤ ਹੈ। ਸਤਿਗੁਰੂ ਅਗਮ ਅਗਾਧ ਪੁਰਖ ਕਿਹੜਾ ਚੱਲੇ ਗੁਰੂ ਦੀ ਝਾਲਾ। ਸੋ ਇਹ ਤੇ ਬੜੀ ਪਵਿੱਤਰ ਥਾਂ ਹੈ ਸਾਡੇ ਲਈ ਕਿਉਂਕਿ ਸਤਿਗੁਰੂ ਜੀ ਦੀ ਚਰਨ ਛੋਹ ਹੈ। ਭਾਈ ਮਰਦਾਨਾ ਜੀ ਤੋਂ ਸਤਿਗੁਰੂ ਜੀ ਨੇ ਇੱਥੇ ਵੀ ਗੰਗਾ ਕਢਵਾਈ। ਸੋ ਬੜੀ ਕਮਾਲ ਦੀਆਂ ਇਹ ਬਾਤਾਂ ਨੇ ਇਤਿਹਾਸ ਦੀਆਂ। ਕੀ ਕਹਿ ਸਕਦੇ ਹਾਂ ਸੰਗਤ ਜੀ, ਤੁਸੀਂ ਕਰੋ ਦਰਸ਼ਨ। ਬੜਾ ਸੋਹਣਾ ਨਜ਼ਾਰਾ ਹੈ ਇੱਥੇ। ਬੇੜੀਆਂ ਤੇ ਵੀ ਲੋਕੀ ਸੈਰਾਂ ਕਰਦੇ ਨੇ। ਸੋ ਇਹਨੂੰ ਵੀ ਗੰਗਾ ਦੇ ਤੁਲ ਹੀ ਮੰਨਿਆ ਜਾਂਦਾ, ਬੜਾ ਇਤਿਹਾਸਕ ਹੈ। ਤੇ ਇਹ ਥੱਲੇ ਬੌਲੀ ਹੈ, ਇੱਥੋਂ ਪਾਣੀ ਨਿਕਲਿਆ, ਇੱਥੋਂ ਪਾਣੀ ਨਿਕਲਿਆ ਕੁੱਲ ਤੇ ਇੱਥੋਂ ਫਿਰ ਸਾਰੇ ਪਾਸੇ ਫੈਲਿਆ ਤੇ ਲੋਕੀ ਇੱਥੇ ਜਾਂਦੇ ਨੇ ਤੇ ਇੱਥੋਂ ਲਗਾਤਾਰ ਪਾਣੀ ਸਿਮਦਾ ਰਹਿੰਦਾ ਹੈ ਜੀ। ਦੇਖੋ ਹੈਰਾਨ ਕਰਨ ਵਾਲੇ ਨੇ ਗੁਰੂ ਸਾਹਿਬ ਦੇ ਕੌਤਕ। ਗੁਰੂ ਸਾਹਿਬ ਇੱਥੇ ਬਿਲਕੁਲ ਪਾਣੀ ਸੀ ਨਹੀਂ, ਬੰਜਰ ਸੀ ਤੇ ਗੁਰੂ ਸਾਹਿਬ ਇੱਥੇ ਕਹਿੰਦੇ ਗੰਗਾ ਲਾਏ ਸਿੱਧਾਂ ਦੇ ਕਹਿਣ ਤੇ। ਦੇਖੋ ਕਮਾਲ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਸਿਜਦਾ ਹੈ ਤੁਹਾਡੇ ਕੌਤਕਾਂ ਤੇ। ਅਸੀਂ ਦੇਖਦੇ ਹਾਂ ਉਦੈਪੁਰ ਦੀਆਂ ਲੇਕਸ ਜਾ ਕੇ ਦੇਖੀਆਂ ਪਰ ਉਹਦੇ ਸਾਹਮਣੇ ਤੇ ਕੁਛ ਵੀ ਨਹੀਂ ਹੈ ਜਿਹੜੀ ਸਤਿਗੁਰੂ ਜੀ ਤੁਸੀਂ ਵਰਤਾਈਆਂ ਕਰਾਮਾਤਾਂ। ਵਾਹ ਕੈਸੀਆਂ ਕਰਾਮਾਤਾਂ ਗੁਰੂ ਨੇ ਵਰਤਾਈਆਂ। ਹਾਂ ਧੰਨ ਗੁਰੂ ਨਾਨਕ ਸਾਹਿਬ ਜੀ। ਪੂਰੇ ਪੰਜਾਬ ਵਿੱਚ ਕੋਈ ਹੈ ਜਾਂ ਇਹ ਵਾਲਾ ਬਿਲਾਸਪੁਰ ਇੱਥੇ ਵੀ ਹੈਗਾ? ਨਹੀਂ ਉਹ ਯੂਪੀ ਬਿਲਾਸਪੁਰ ਵਾਲਾ ਹੀ ਹੈ, ਉਹ ਵੀ ਬਿਲਾਸਪੁਰ ਤੋਂ ਉੱਥੋਂ ਹੀ ਆਏ। ਇਹ ਉੱਤਰਾਖੰਡ ਦੇ ਨਜ਼ਾਰੇ, ਉੱਤਰਾਖੰਡ ਹੀ ਪੈਂਦਾ ਹੈ। ਹਾਂ ਉੱਤਰਾਖੰਡ ਦੇ ਪਿੰਡ ਤੋਂ ਕਿੱਛਾ ਜਾਂਦੇ, ਸਿਤਾਰਗੜ੍ਹ ਤੋਂ ਕਿੱਛਾ ਜਾਂਦੇ ਹੋਏ ਇਹ ਰਸਤੇ ਦੇ ਵਿੱਚ ਪਿੰਡ ਤੇ ਜ਼ਮੀਂਦਾਰਾਂ। ਇੱਥੇ ਸਿੱਖਾਂ ਦੀ ਵਸੋਂ ਬਹੁਤ ਹੈ, ਵਿੱਚ ਪਿੰਡ ਮੁਸਲਮਾਨਾਂ ਦੇ ਵੀ ਨੇ ਪਰ ਇੱਥੇ ਸਿੱਖਾਂ ਦੇ ਪੰਜਾਬੀਆਂ ਦੇ ਡੇਰੇ ਬੜੇ ਨੇ ਇੱਥੇ ਖੇਤਾਂ 'ਚ। ਉਹਨਾਂ ਨੇ ਆਪਣੀਆਂ ਕੋਠੀਆਂ ਬਣਾਈਆਂ ਹੋਈਆਂ ਨੇ ਡੇਰੇ ਤੇ ਮੁਰੱਬਿਆਂ ਦੇ ਮੁਰੱਬੇ ਜ਼ਮੀਨ ਵੀ ਹੈਗੀਆਂ ਉਹਨਾਂ ਦੀ।